ਸੈਂਟਰ ਸਰਕਾਰ ਨੇ ਜਿਹੜੇ 3 ਬਿੱਲ ਪਾਸ ਕੀਤੇ ਨੇ ਉਹਨੂੰ ਲੈ ਕੇ ਜਿਹੜਾ ਕਿਸਾਨਾਂ ਦਾ ਸੰਘਰਸ਼ ਆ ਉਹ ਦੇਸ਼ ਵਿਆਪੀ ਬਣ ਗਿਆ। ਸਰਕਾਰ ਵੀ ਲਗਾਤਾਰ ਇਸ ਤੇ ਅਮੈਂਡਮੈਂਟ ਕਰ ਚੁੱਕੀ ਆ, ਪ੍ਰਪੋਜ਼ਲਾਂ ਵੀ ਕਿਸਾਨਾਂ ਨੂੰ ਭੇਜ ਰਹੀ ਹੈ, ਲੇਕਿਨ ਕਿਸਾਨ ਕਹਿੰਦੇ ਸਾਨੂੰ ਪ੍ਰਪੋਜ਼ਲਾਂ ਨਹੀਂ ਮਨਜ਼ੂਰ, ਬਿੱਲ ਰੱਦ ਕਰੋ ਫਿਰ ਅਗਲੀ ਗੱਲ ਕਰਾਂਗੇ। ਇਸ ਸਮੇਂ ਸਾਡੇ ਨਾਲ ਕੇਂਦਰੀ ਮੰਤਰੀ ਸ਼੍ਰੀ ਸੋਮ ਪ੍ਰਕਾਸ਼ ਜੀ, ਉਹਨਾਂ ਦੇ ਨਾਲ ਗੱਲਬਾਤ ਕਰਦੇ ਕਿ ਆਖਰ ਸਰਕਾਰ ਕੀ ਅੱਗੇ ਕਾਰਵਾਈ ਕਰੇਗੀ। ਮੰਤਰੀ ਸਾਹਿਬ, ਕਿਸਾਨ ਸੜਕਾਂ ਤੇ ਨੇ, ਅੰਨਦਾਤਾ ਖੇਤੀ ਪੁੱਤਰ ਆ, ਕਦੋਂ खुश करके भेजोगे अपने अपने घरे जी? देखो, 3 ਜਿਹੜੇ ਖੇਤੀਬਾੜੀ ਦੇ ਬਿੱਲ ਪਿਛਲੇ ਪਾਰਲੀਮੈਂਟ ਦੇ ਸੈਸ਼ਨ 'ਚ ਪਾਸ ਹੋਈ ਸੀ, ਉਹ ਕਿਸਾਨਾਂ ਦੇ ਹਿੱਤ ਵਿੱਚ, ਕਿਸਾਨਾਂ ਦਾ ਭਲਾ ਕਰਨ ਲਈ, ਕਿਸਾਨਾਂ ਦੀ ਆਮਦਨ ਵਧਾਉਣ ਲਈ ਕੀਤੇ ਗਏ ਸੀ। ਬਹੁਤ ਸਾਰੇ ਲੋਕਾਂ ਨੇ ਇਹਦਾ ਵੈਲਕਮ ਵੀ ਕੀਤਾ, ਪਰ ਪੰਜਾਬ ਵਿੱਚ ਇਹਦਾ ਵਿਰੋਧ ਹੋਇਆ। ਕਿਸਾਨ ਯੂਨੀਅਨਸ ਨੇ 31 ਯੂਨੀਅਨਸ ਪੰਜਾਬ ਦੀਆਂ, ਉਹਨਾਂ ਨੇ ਇਹਦਾ ਵਿਰੋਧ ਕੀਤਾ ਔਰ ਉਹਨਾਂ ਨਾਲ ਅਸੀਂ ਗੱਲਬਾਤ ਸ਼ੁਰੂ ਕੀਤੀ। ਕਈ ਦੌਰ ਦੀ ਗੱਲਬਾਤ, 5 ਦੌਰ ਲਗਾਤਾਰ ਉਹਨਾਂ ਨਾਲ ਗੱਲਬਾਤ ਔਰ ਲੰਬਾ ਸਮਾਂ ਚੰਗੇ ਮਾਹੌਲ 'ਚ ਗੱਲਬਾਤ ਹੋਈ ਉਹਨਾਂ ਨਾਲ। ਲੱਗਦਾ ਇਹ ਸੀ ਕਿ ਸਾਰੀ ਗੱਲਬਾਤ ਹੱਲ ਹੋ ਜਾਏਗੀ ਔਰ ਜਿਹੜੀਆਂ ਵੀ ਉਹਨਾਂ ਨੇ ਤੌਖਲੇ ਪ੍ਰਗਟ ਕੀਤੇ, ਜੋ ਵੀ ਉਹਨਾਂ ਨੇ ਕਿਹਾ ਕਿ ਸਾਡੀ ਡਿਮਾਂਡਸ ਇਹ ਪੂਰੀਆਂ ਹੋਣੀਆਂ ਚਾਹੀਦੀਆਂ, ਉਹ ਸਾਰੀਆਂ ਦੀਆਂ ਸਾਰੀਆਂ ਸਰਕਾਰ ਨੇ ਮੰਨੀਆਂ। ਔਰ ਉਹਦੇ ਨਾਲ ਇਕੱਲੇ 3 ਬਿੱਲਾਂ ਨਹੀਂ, ਇਹ ਤੋਂ ਬਿਨਾਂ ਵੀ ਜਿਹੜੇ ਬਿੱਲਾਂ ਬਾਰੇ ਕਿਹਾ ਉਹ ਵੀ, ਇੱਕ ਉਹਨਾਂ ਨੇ ਕਿਹਾ ਮੰਡੀ ਸਾਡਾ ਜਿਹੜੀ ਖਤਮ ਹੋ ਜਾਣਗੀਆਂ, ਅਸੀਂ ਕਿ ਮੰਡੀ ਦੇ ਉਹਦੇ ਬਾਰੇ ਕਿਹਾ ਸੀ ਜਿਹੜੀ ਬਾਹਰੋਂ ਮੰਡੀ ਬਣੇਗੀ ਪ੍ਰਾਈਵੇਟ, ਉੱਥੇ ਵੀ ਟੈਕਸ ਲੱਗੇਗਾ, ਮੰਡੀ ਰਜਿਸਟਰ ਵੀ ਹੋਏਗੀ, ਉਹਦੇ ਬਰਾਬਰ ਕਰ ਦਿੱਤੀ। ਉਹਨਾਂ ਕਿਹਾ ਕਿ MSP ਦੇ ਸਾਨੂੰ ਆਸ਼ਵਾਸਨ ਦਿਓ, ਇਹ ਵੀ ਕਿਹਾ ਸੀ ਤੁਹਾਨੂੰ ਗਰੰਟੀ ਦੇਵਾਂਗੇ, ਲਿਖ ਕੇ ਆਸ਼ਵਾਸਨ ਦੇਵਾਂਗੇ। ਉਹਨਾਂ ਨੇ ਕਿਹਾ ਸੀ ਸਾਨੂੰ ਕੋਰਟ ਸਿਸਟਮ ਜਿਹੜਾ ਹੈ, ਤੁਸੀਂ SDM ਦਾ ਅਲਾਓ ਕੀਤਾ, ਉਹ ਠੀਕ ਨਹੀਂ ਹੈ। ਕੋਰਟ ਜਿਹੜੀ ਸਿਵਲ ਕੋਰਟ 'ਚ ਜਾਣਾ ਦਾ ਸੀਗਾ, ਉਹ ਵੀ ਅਮੈਂਡਮੈਂਟ ਕਰਨ ਨੂੰ ਅਸੀਂ ਰਾਜ਼ੀ ਹੋਏ ਔਰ ਜੋ ਵੀ ਉਹਨਾਂ ਨੇ ਐਕਟ ਬਾਰੇ ਕਿਹਾ ਉਹ ਅਸੀਂ ਗੱਲ ਮੰਨੀ ਉਹਨਾਂ ਦੀ। ਇਹ ਤੋਂ ਬਾਅਦ ਵੀ ਉਹਨਾਂ ਨੇ ਕਿਹਾ ਸਾਡੇ 2 ਮਸਲੇ ਹੋਰ ਨੇ। ਇੱਕ ਤਾਂ ਉਹਨੇ ਕਿਹਾ ਪੋਲੂਸ਼ਨ ਦਾ, ਜਿਹੜਾ ਪਰਾਲੀ ਨੂੰ ਸਾੜਨ ਦੇ ਜੁਰਮਾਨੇ ਦੀ ਪ੍ਰੋਵੀਜ਼ਨ ਕੀਤਾ, ਆਰਡੀਨੈਂਸ ਕੀਤਾ, ਉਹ 'ਚ ਕਿਸਾਨ ਨੂੰ ਛੋਟ ਹੋਣੀ ਚਾਹੀਦੀ ਹੈ, ਇਹ ਵੀ ਸਰਕਾਰ ਨੇ ਮੰਨਿਆ। ਔਰ ਇੱਕ ਬਿਜਲੀ ਦੇ ਸੁਧਾਰ ਦੀ ਬਿੱਲ ਪ੍ਰਪੋਜ਼ਲ ਸੀ, ਉਹਦੇ ਬਾਰੇ ਉਹਨਾਂ ਨੇ ਕਿਹਾ, ਇਹ ਵੀ ਸਰਕਾਰ ਨੇ ਮੰਨਿਆ। ਜਿਹੜੀ ਇੱਕ ਗੱਲ ਉਹਨਾਂ ਨੇ ਕਹੀ, ਉਹ ਇੱਕ ਦਾ ਨਿਵਾਰਨ ਕੀਤਾ, ਸਾਰੀਆਂ ਗੱਲਾਂ ਮੰਨੀਆਂ। ਸਾਨੂੰ ਤਾਂ ਪੂਰਨ ਆਸ ਸੀ ਕਿ ਸਾਰੀਆਂ ਕਿਸਾਨ ਯੂਨੀਅਨ ਦੀਆਂ ਸਾਰੀਆਂ ਡਿਮਾਂਡਸ ਮੰਨੀਆਂ ਗਈਆਂ, ਉਹ ਐਜੀਟੇਸ਼ਨ ਖਤਮ ਹੋਏਗੀ। ਔਰ ਬਦਕਿਸਮਤੀ ਮੈਂ ਸਮਝਦਾ ਕਿ ਇਹ ਜਿਹੜੇ ਕਿਸਾਨ ਲੀਡਰਸ ਪਤਾ ਨਹੀਂ ਕਿਸ ਕਾਰਨ ਕਰਕੇ, ਕਿਸ ਬੰਦੀ ਕੀ ਬੇਵਸੀ ਹੈ, ਉਹ ਇਸ ਨੂੰ ਐਜੀਟੇਸ਼ਨ ਨੂੰ ਹਲੇ ਵੀ ਜਾਰੀ ਰੱਖੇ ਔਰ ਉਹਨਾਂ ਨੇ ਜਿੱਦ ਫੜ ਲਈ ਕਿ ਅਸੀਂ ਸਾਰਾ ਬਿੱਲ ਵਾਪਸ ਕਰਾਵਾਂਗੇ, ਜਦੋਂ ਉਹਨਾਂ ਦੀਆਂ ਮੰਗਾਂ ਤੱਕ ਸੀਮਤ ਹੋਣਾ ਰਹਿਣਾ ਚਾਹੀਦਾ। ਜੇ ਮੰਗਾਂ ਮੰਨ ਲਈਆਂ, ਉਹ ਉਹਨਾਂ ਨੂੰ ਐਜੀਟੇਸ਼ਨ ਵਾਪਸ ਕਰਨੀ ਚਾਹੀਦੀ ਸੀ। ਪਰ ਫਿਰ ਵੀ ਸਰਕਾਰ ਹੁਣ ਵੀ ਤਿਆਰ ਹੈ, ਜਿਹੜੀਆਂ ਗੱਲਾਂ ਮੰਨ ਲਈਆਂ ਉਹ ਵੀ, ਜੇ ਕੋਈ ਹੋਰ ਕੋਈ ਗੱਲ ਕਰਨੀ ਆ, ਸਰਕਾਰ ਗੱਲ ਕਰਨ ਲਈ ਤਿਆਰ ਹੈ। ਉਹ ਕਹਿ ਰਹੇ ਕਿ ਸਾਨੂੰ ਇਹ ਭਲਾ ਨਹੀਂ ਚਾਹੀਦਾ ਹੈਗਾ ਜੀ, ਸਾਨੂੰ ਤਾਂ ਬਿੱਲ ਰੱਦ ਚਾਹੀਦੇ ਨਹੀਂ, ਸਾਨੂੰ ਪਤਾ ਕਿ ਸਾਡਾ ਭਲਾ ਕਿਵੇਂ ਹੋਣਾ। ਉਹਨਾਂ ਦਾ ਭਲਾ ਹੀ ਸਰਕਾਰ ਕਰਨਾ ਚਾਹੁੰਦੀ ਆ। ਉਹ ਵੀ ਯੂਨੀਅਨ ਦਾ ਵੀ ਮਤਲਬ ਹੁੰਦਾ ਕਿਸਾਨ ਦਾ ਭਲਾ ਕਰਨਾ, ਸਰਕਾਰ ਦਾ ਮਤਲਬ ਵੀ ਹੈ ਸਰਕਾਰ ਲੋਕਾਂ ਦੇ ਭਲੇ ਦੀ ਕੰਮ ਕਰੇ। ਇਹ ਵੈਲਫੇਅਰ ਸਟੇਟ ਹੈ, ਇਲੈਕਟਿਡ ਗਵਰਨਮੈਂਟ ਹੈ, ਲੋਕਾਂ ਦੇ ਵਿੱਚ ਮੁੜ ਕੇ ਜਾਣਾ ਸਰਕਾਰ ਨੇ, ਕਿਸਾਨਾਂ ਦੇ ਵਿੱਚ ਮੁੜ ਕੇ ਜਾਣਾ। ਇਹ ਉਹ ਸਰਕਾਰ ਹੈ ਜਿਹਨੇ 1 ਲੱਖ ਕਰੋੜ ਰੁਪਈਆ ਕਿਸਾਨ ਦੇ ਖਾਤੇ 'ਚ ਪਾਇਆ। ਪਹਿਲੀ ਵਾਰ ਕਦੇ ਹੋਇਆ, ਕਦੇ ਅੱਜ ਤੱਕ ਕਿਸੇ ਸਰਕਾਰ ਨੇ ਪਾਇਆ ਹੋਵੇ। 1 ਲੱਖ ਕਰੋੜ ਦਾ ਫਿਰ ਪੈਕੇਜ ਦਿੱਤਾ ਪੋਸਟ ਹਾਰਵੈਸਟ ਲਈ, ਸਕੀਮਾਂ ਬਣਾ ਕੇ ਉਹਦੇ ਵਿੱਚ ਕੰਮ ਕਰ ਲਈ ਔਰ ਕਿਸਾਨਾਂ ਲਈ ਬੜੇ ਕੁਝ ਕੰਮ ਕੀਤੇ ਨੇ। ਔਰ ਇਹ ਕਾਨੂੰਨ ਵੀ ਇਸੇ ਮਕਸਦ ਨਾਲ ਲਿਆਂਦਾ ਗਿਆ ਸੀ ਔਰ ਫਿਰ ਵੀ ਕਿਸਾਨ ਖੁਸ਼ ਰਹੇ। ਅਸੀਂ ਸਾਰੀਆਂ ਅਮੈਂਡਮੈਂਟ ਪ੍ਰਪੋਜ਼ ਕੀਤੀਆਂ ਸਰਕਾਰ ਵੱਲੋਂ ਔਰ ਲੀਡਰਸ ਦਾ ਫਰਜ਼ ਬਣਦਾ ਹੈ ਕਿਸਾਨਾਂ ਨੂੰ ਹੁਣ ਇਹ ਐਜੀਟੇਸ਼ਨ ਵਿਦਡਰਾ ਕਰਨੀ ਚਾਹੀਦੀ ਹੈ। ਵੈਲਫੇਅਰ ਸਟੇਟ ਆ, ਤੇ ਫਿਰ ਜਦ ਕਿਸਾਨ ਕਹਿੰਦੇ ਸਾਨੂੰ ਵੈਲਫੇਅਰ ਨਹੀਂ ਚਾਹੀਦਾ ਹੈਗਾ ਤੇ ਸਰਕਾਰ ਰੱਦ ਕਰ ਦੇ। ਜੋ ਕਿਸਾਨਾਂ ਦੀਆਂ ਮੰਗਾਂ ਸੀ ਸਾਰੀਆਂ ਮੰਨ ਲਈਆਂ, ਉਹ ਤੋਂ ਬਿਨਾਂ ਸਰਕਾਰ ਨੇ ਕੀ ਕਰਨਾ ਇਹ ਉਹਨਾਂ ਨੇ ਤੈਅ ਨਹੀਂ ਕਰਨਾ ਹੈ। ਕਿਸਾਨਾਂ ਦੀ ਜਿੱਦ ਹੈ। ਸਰਕਾਰ ਦੇ ਲੋਕਾਂ ਨੇ ਚੁਣੀ ਨਾ ਸਰ। ਨਹੀਂ, ਪਾਰਲੀਮੈਂਟ ਦਾ ਕੰਮ ਬਾਹਰ ਤਾਂ ਨਹੀਂ ਹੋਏਗਾ ਕਿਤੇ ਬੈਠ ਕੇ। ਪਾਰਲੀਮੈਂਟ ਨੇ ਐਕਟ ਪਾਸ ਕੀਤਾ, ਉਹਦੇ ਬਾਰੇ ਕਿਸਾਨ ਯੂਨੀਅਨ ਨੇ ਕਿਹਾ ਸਾਨੂੰ ਇਤਰਾਜ਼ ਹੈ, ਉਹ ਸਾਰੇ ਦੂਰ ਕਰ ਦਿੱਤੇ। ਉਹ ਤੋਂ ਬਾਅਦ ਤਾਂ ਵੀ ਤੁਸੀਂ ਆਹ ਵੀ ਕਰੋ, ਇਹ ਵੀ ਕਰੋ, ਇਹ ਵੀ ਕਰੋ, ਇਹ ਗੱਲ। ਸਰ ਫਿਰ ਕਮਜ਼ੋਰੀ ਕੀ ਹੈ, ਬੇਬਸੀ ਕਿਸ ਦੀ ਹੈ, ਸਰਕਾਰ ਦੀ ਕਿ ਕਿਸਾਨਾਂ ਦੀ? ਤਾਂ ਮੈਂ ਤਾਂ ਕਹਿੰਦਾ ਕਿਸਾਨਾਂ ਨੂੰ, ਜਿਹੜੀ ਲੀਡਰਸ਼ਿਪ ਨੂੰ ਚਾਹੀਦਾ ਇਹ ਹੈ ਕਿ ਜੋ ਉਹ ਮੰਗਾਂ ਮੰਨੀਆਂ, ਉਹਨਾਂ ਦੀ ਗੱਲਾਂ 'ਚ ਮੰਗਾਂ ਸੀ, ਉਹ ਸਾਰੀਆਂ ਪੂਰੀਆਂ ਹੋ ਗਈਆਂ। ਹੁਣ ਤਾਂ ਸਗੋਂ ਚੰਗੇ ਮਾਹੌਲ 'ਚ ਗੱਲਬਾਤ ਖਤਮ ਕਰਕੇ ਉਹਨਾਂ ਨੂੰ ਜਾਣਾ ਚਾਹੀਦਾ। ਸਰ ਤੁਸੀਂ ਪੰਜਾਬ ਨੂੰ ਵੀ, ਦੇਸ਼ ਨੂੰ ਚੰਗੀ ਤਰ੍ਹਾਂ ਸਮਝਦੇ, ਕਈ ਜ਼ਿਲ੍ਹਿਆਂ 'ਚ ਤੁਸੀਂ DC ਰਹੇ ਨੇ, ਕਿਸਾਨਾਂ ਦੇ, ਮਜ਼ਦੂਰਾਂ ਦੇ ਮਦਈ ਰਹੇ ਜੇ, ਤੁਹਾਨੂੰ ਵਾਕਈ ਲੱਗਦਾ ਕਿ ਬਿੱਲ ਕਿਸਾਨਾਂ ਦੇ ਭਲੇ ਨਹੀਂ ਕਰਨਗੇ ਜੀ? ਕਿਸਾਨ ਕਹਿੰਦੇ ਭਲਾ ਸਾਡੇ ਵਿਰੋਧੀ ਨੇ ਇਹ ਬਿੱਲ। ਦੇਖੋ, ਕੋਈ ਸਰਕਾਰ ਕੋਈ ਬਿੱਲ ਕਿਸੇ ਦੇ ਉਲਟ ਲਿਆਏਗੀ, ਇਹੀ ਮੈਨੀਫੈਸਟੋ ਕਾਂਗਰਸ ਦਾ ਵੀ ਸੀ, ਇਹੀ ਬਿੱਲ ਸਰਦਾਰ ਮਨਮੋਹਨ ਸਿੰਘ ਵੀ ਪਾਰਲੀਮੈਂਟ 'ਚ ਲੈ ਕੇ ਆਏ ਸੀ,
ਇਸੇ ਬਿੱਲ 'ਤੇ ਸਰਦਾਰ ਮਨਮੋਹਨ ਸਿੰਘ ਨੇ ਪਾਰਲੀਮੈਂਟ 'ਚ ਖੁੱਲ੍ਹ ਕੇ ਕਿਹਾ ਸੀ ਵੀ ਕਿਸਾਨਾਂ ਦਾ ਭਲਾ ਹੋਏਗਾ ਜੇ ਇਹ ਬਿੱਲ ਲੈ ਕੇ ਆਵਾਂਗੇ। ਇਸੇ 'ਤੇ ਕਪਿਲ ਸਿੱਬਲ ਜੀ ਬੋਲੇ ਸੀ ਪਾਰਲੀਮੈਂਟ ਵਿੱਚ ਵੀ ਬਹੁਤ ਵਧੀਆ ਬਿੱਲ ਹੈ। ਉਦੋਂ ਪਾਸ ਨਹੀਂ ਹੋ ਸਕਿਆ, ਮੈਜੋਰਟੀ ਨਹੀਂ ਸੀ। ਜੇ ਉਹਨਾਂ ਨੇ ਪਾਸ ਨਹੀਂ ਕਰਾ ਸਕੇ ਅਸੀਂ ਲੈਣ ਦਾ, ਉਦੋਂ ਕਹਿੰਦੇ ਗਲਤ ਹੈ। ਇਹ ਜਿਹੜਾ ਪੋਲੀਟੀਕਲ ਸਿਸਟਮ ਹੈ ਨਾ ਜੀ, ਫਿਰ ਬੈਂਕਰਪਸੀ ਮੈਂ ਕਹਿੰਦਾ ਅਨੈਤਿਕਤਾ ਹੈ ਪੋਲੀਟੀਕਲ ਪਾਰਟੀਆਂ ਦੀ। ਆਪਣੇ ਚੋਣ ਮੈਨੀਫੈਸਟੋ 'ਚ ਪਾਇਆ ਹੋਵੇ ਉਹਨੂੰ ਗਲਤ ਕਹਿ ਦੇਣਾ ਇਹ ਬਿੱਲ ਗਲਤ ਹੈ। ਜਿੱਦਾਂ ਤੁਸੀਂ ਪਹਿਲਾਂ ਕਹਿੰਦੇ ਰਹੇ ਕਿ ਸਵਾਮੀਨਾਥਨ ਦੀ ਰਿਪੋਰਟ ਲਾਗੂ ਕਰੋ, ਤੁਹਾਡੀ ਸਰਕਾਰ ਹੀ ਤਾਂ ਕਹਿੰਦੇ ਕਿ ਅਰਥ ਵਿਵਸਥਾ ਡਿੱਗ ਪਏਗੀ। ਸਵਾਮੀਨਾਥਨ ਦੀਆਂ ਬਹੁਤ ਵੱਡੀ ਰਿਪੋਰਟ ਹੈ। ਇਹ ਪਹਿਲੀ ਵਾਰ ਹੋਇਆ ਕਿ ਜਿਹੜੀ ਕਾਸਟ ਪਲੱਸ 50% ਦਾ ਇਹ ਸਰਕਾਰ ਨੇ ਮੁੱਲ ਪਾਇਆ। ਇੱਕ ਤੁਸੀਂ ਦੇਖਿਆ ਪਿਛਲੇ ਸਪੋਰਟ ਪ੍ਰਾਈਸ ਕਿੰਨਾ ਵਧਿਆ, 100 ਰੁਪਈਆ, ਫਿਰ ਦੂਜੇ ਫਿਰ 105 ਰੁਪਏ, 135 ਰੁਪਏ ਦਾ ਹਰ ਸਾਲ ਵੱਧਦਾ ਰਿਹਾ। ਇਹ ਇਸੇ ਕਰਕੇ ਵੱਧਦਾ ਰਿਹਾ ਕਿ ਅਸੀਂ ਸਵਾਮੀਨਾਥਨ ਦੀ ਰਿਪੋਰਟ ਬੰਨੀ ਹੈ। ਗੈਪ ਕਿੱਥੇ ਹੈਗਾ? ਕਿਉਂਕਿ ਅਧਿਕਾਰੀਆਂ ਦੇ ਨਾਲ ਮੀਟਿੰਗ ਹੋਈ ਹੈ, 3 ਮਿਨਿਸਟਰ ਉਹਦੇ 'ਚ ਬੈਠੇ ਰਹੇ ਨੇ। ਇਹ ਗੈਪ ਕਿੱਥੇ? ਕਿਉਂ ਨਹੀਂ ਕਿਸਾਨ ਜਥੇਬੰਦੀਆਂ ਸਮਝ ਪਾ ਰਹੀਆਂ ਜਾਂ ਕਿਸਾਨ ਜਥੇਬੰਦੀਆਂ ਤੁਹਾਨੂੰ ਨਹੀਂ ਸਮਝਾ ਪਾ ਰਹੀਆਂ? ਦੇਖੋ, ਬਿੱਲ ਜੋ ਪਹਿਲਾਂ ਬਣੇ ਸੀ ਉਹ ਕਿਸਾਨ ਦੇ ਹਿੱਤ ਵਿੱਚ ਸੀ, ਮੈਂ ਹੁਣ ਵੀ ਕਹਿਣਾ। ਲੇਕਿਨ ਕਿਸਾਨ ਯੂਨੀਅਨ ਨੂੰ ਇਹਦਾ ਅਮੈਂਡਮੈਂਟ ਚਾਹੁੰਦੇ ਸੀ, ਉਹਨਾਂ ਨੂੰ ਹੁਣ ਤਾਂ ਇਹ ਲੱਗਦੀਆਂ ਸੀ। ਅਪਰੋਚ ਦਾ ਫਰਕ ਹੈ। ਸਾਨੂੰ ਇਹ ਲੱਗਦਾ ਵੀ ਇਸ ਤਰ੍ਹਾਂ ਵੀ ਭਲਾ ਹੋ ਸਕਦਾ, ਉਹ ਕਹਿੰਦੇ ਨਹੀਂ, ਇਹ ਅਮੈਂਡਮੈਂਟ ਨਹੀਂ ਹੋਣੀਆਂ ਚਾਹੀਦੀਆਂ। ਅਸੀਂ ਉਹ ਦੇਸ਼ ਦੇ ਹਿੱਤ ਵਿੱਚ, ਕਿਸਾਨਾਂ ਦੇ ਹਿੱਤ ਵਿੱਚ, ਕਿਸਾਨਾਂ ਨੂੰ ਖੁਸ਼ ਕਰਨ ਲਈ ਅਮੈਂਡਮੈਂਟ ਕਰਨੀਆਂ ਮਨਜ਼ੂਰ ਕੀਤੀਆਂ ਸੀ। ਉਹਨਾਂ ਨੂੰ ਪ੍ਰਪੋਜ਼ ਲਿਖਤੀ ਤੌਰ 'ਤੇ ਕਿਹਾ। ਇਹ ਤੋਂ ਵੱਧ ਫਿਰ ਸਰਕਾਰ ਹੋਰ ਕੀ ਕਰ ਸਕਦੀ? ਜਿਹੜੀ ਜਿੱਦ ਫੜ ਲੈਣੀ, ਇਹ ਸਿਸਟਮ ਬਹੁਤਾ ਵਧੀਆ ਨਹੀਂ ਹੁੰਦਾ। ਇਹ ਬਿੱਲ ਵਾਪਸ ਲੈਣਾ ਸਰਕਾਰ 'ਚ ਕੋਈ ਗੁੰਜਾਇਸ਼ ਨਹੀਂ ਹੈ। ਅਸੀਂ ਗੱਲਬਾਤ ਕਰਨ ਲਈ ਫਿਰ ਵੀ ਤਿਆਰ ਹੋਣਾ। ਗੱਲਬਾਤ ਦੇਖੋ, ਇਹਦਾ ਹੱਲ ਤਾਂ ਗੱਲਬਾਤ ਨਾਲ ਨਿਕਲਣਾ। ਸਰਕਾਰ ਕਿਸਾਨ ਦੋਨੇ ਟੇਬਲ 'ਤੇ ਬੈਠ ਗਏ ਨੇ। ਅਸੀਂ ਹੁਣ ਵੀ ਬੈਠਣ ਨੂੰ ਤਿਆਰ ਹੈ। ਹੋਰ ਕਹਿੰਦੇ ਉਹ ਲਿਖਤੀ ਏਜੰਡਾ ਭੇਜੋ, ਫਿਰ ਅਗਲੀ ਗੱਲ ਕਰਾਂਗੇ ਸਰਕਾਰ ਨਾਲ। ਦੇਖੋ, ਜਿੱਦ ਦਾ ਕਿਸੇ ਚੀਜ਼ ਦੀ ਵੀ ਗਲਤ ਹੁੰਦੀ ਹੈ। ਸਰਕਾਰ ਜਿੱਦ ਕਰੇ ਉਹ ਵੀ ਗਲਤ ਹੈ, ਕਿਸਾਨ ਜਿੱਦ ਕਰ, ਯੂਨੀਅਨ ਗਲਤ ਕਰੇ ਉਹ ਵੀ ਗਲਤ ਹੈ। ਕਿਸਾਨਾਂ ਨੂੰ ਆਮ ਲੋਕਾਂ 'ਚ ਗੱਲ ਕੀ ਗਈ ਸੀ, ਸਾਡੀਆਂ ਜ਼ਮੀਨਾਂ ਲੈ ਲੈਣੀਆਂ। ਉਹ ਅਸੀਂ ਮੰਨ ਲਿਆ ਵੀ ਲਿਖਤੀ ਤੌਰ 'ਤੇ ਜੋ ਅਮੈਂਡਮੈਂਟ ਕਰਾਉਣੀ ਕਰਾ ਲਓ। ਉਹਨੇ ਕਿਹਾ ਸਾਡਾ ਕੋਰਟ 'ਚ ਨਹੀਂ ਜਾ ਸਕਦੇ। ਅਸੀਂ ਕਿਹਾ ਚਲੋ ਕੋਰਟ, ਸਿਵਲ ਕੋਰਟ ਅਲਾਓ ਕਰ ਦਿੰਦੇ ਹਾਂ। ਉਹਨਾਂ ਨੇ ਕਿਹਾ ਵੀ ਬਾਹਰੋਂ ਵਪਾਰੀ ਆ ਕੇ ਪੈਨ 'ਤੇ ਖਰੀਦ ਲੈਣਗੇ, ਪੈਨ ਕਾਰਡ 'ਤੇ। ਅਸੀਂ ਕਿਹਾ ਉਹਦੀ ਰਜਿਸਟ੍ਰੇਸ਼ਨ ਲਾਜ਼ਮੀ ਕਰ ਦਿੰਦੇ ਹਾਂ। ਉਹਨੇ ਕਿਸਾਨਾਂ ਨੇ ਸਜੈਸਟ ਕੀਤਾ ਵਿਆਹ 'ਚ ਇੱਦਾਂ ਹੋਣਾ ਚਾਹੀਦਾ। ਜੇ ਉਹਨੇ ਕਿਹਾ ਬਾਹਰ ਦੀਆਂ ਮੰਡੀ 'ਚ ਟੈਕਸ ਨਹੀਂ ਹੈ, ਬਾਹਰ ਦੀਆਂ ਮੰਡੀਆਂ ਚੱਲ ਪੈਣਗੀਆਂ, ਅੰਦਰ ਦੀਆਂ ਜਿਹੜੀਆਂ ਮੰਡੀਆਂ ਪਹਿਲਾਂ ਉਹ ਫੇਲ ਹੋ ਜਾਣਗੀਆਂ। ਅਸੀਂ ਕਿਹਾ ਟੈਕਸ ਉੱਤੇ ਉਹਦੇ ਬਰਾਬਰ ਕਰ ਦਿੰਦੇ ਹਾਂ। ਜਿਹੜੀ ਗੱਲ ਕਹੀ ਸੀ ਕਿਸਾਨਾਂ ਦੇ ਜਾਂ ਆਮ ਜਨਤਾ 'ਚ ਗੱਲ ਇਹ ਗਈ ਸੀ ਵੀ ਸਾਡੀਆਂ ਮੰਡੀਆਂ ਖਤਮ ਹੋ ਜਾਣੀਆਂ, ਉਹ ਗੱਲ ਖਤਮ ਹੋ ਗਈ। ਉਹਨਾਂ ਨੇ ਕਿਹਾ ਸਾਡੀ ਕੋਰਟ 'ਚ ਨਹੀਂ ਜਾ ਸਕਦੇ, SDM ਦੀ ਕੋਰਟ 'ਚ ਫੈਸਲੇ ਸਾਡੇ ਉਲਟ ਹੋ ਜਾਇਆ ਕਰਨਗੇ, ਉਹ ਸਰਕਾਰ ਨੇ ਖਤਮ ਕਰ ਦਿੱਤਾ। ਔਰ ਇਹ ਤੋਂ ਬਿਨਾਂ ਵੀ ਪੋਲੂਸ਼ਨ ਦਾ ਬਿੱਲ ਸੀ, ਉਹ ਵੀ ਖਤਮ ਕਰ ਦਿੱਤਾ। ਉਹਨਾਂ ਨੇ ਕਿਹਾ ਬਿਜਲੀ ਦਾ ਬਿੱਲ ਨਾਲ ਲੈ ਕੇ ਹੋਵੇ, ਉਹ ਵੀ ਗੱਲ ਮੰਨ ਲਈ ਸਰਕਾਰ। ਤਾਂ ਰਹਿ ਕੀ ਗਿਆ ਬਿੱਲ 'ਚ? ਰਹਿ ਕੀ ਗਿਆ ਜੀ? ਜੋ ਮੰਗਾਂ ਸੀ ਸਾਰੀਆਂ ਮੰਨੀਆਂ ਗਈਆਂ ਉਹਨਾਂ ਦੀਆਂ। ਕਿਸਾਨ ਯੂਨੀਅਨ ਆਪਣੀਆਂ ਮੰਗਾਂ ਤੱਕ ਸੀਮਿਤ ਰਹਿਣਾ ਚਾਹੀਦਾ ਹੈ। ਉਹ ਤੋਂ ਬਾਹਰ ਨਿਕਲਣਗੇ ਕਹਿਣਗੇ। ਫਿਰ ਤਾਂ ਕਈ, ਮੈਨੂੰ ਕੋਈ ਇੱਕ ਲੀਡਰ ਕਹਿ ਰਿਹਾ ਸੀ ਵੀ ਹੁਣ ਤਾਂ ਇਹ ਵੀ ਕਹਿਣਾ ਸੀ ਸਾਡੀ ਮੰਗ ਹੋ ਜਾਣੀ, ਸਾਡੇ 'ਤੇ ਬੜਾ ਪ੍ਰੈਸ਼ਰ ਹੈ ਵੀ EVM ਨਾਲ ਵੋਟਾਂ ਨਹੀਂ ਪੈਣੀਆਂ ਚਾਹੀਦੀਆਂ। ਜਦ ਇੱਦਾਂ ਦੀਆਂ ਗੱਲਾਂ ਵਿੱਚ ਐਡ ਹੋਣ ਲੱਗ ਜਾਂਦੀਆਂ, ਬਾਹਰੋਂ ਪ੍ਰੈਸ਼ਰ ਪੈਣ ਲੱਗ ਜਾਂਦੇ ਆ, ਫਿਰ ਸਾਰਾ ਸਿਸਟਮ ਗਲਤ ਹੁੰਦਾ। ਸੀਮਿਤ ਰਹਿਣਾ ਚਾਹੀਦੀ ਆਪਣੀਆਂ ਮੰਗਾਂ ਤੱਕ। ਸਰ, ਉਹਨਾਂ ਸੰਘਰਸ਼ ਤੇਜ਼ ਕਰਨ ਦਾ ਫੈਸਲਾ ਕੀਤਾ ਹੈਗਾ। ਹੁਣ ਪੰਜਾਬ 'ਚ ਉਹਨਾਂ ਨੇ ਕਿਹਾ ਬੀਬੀਆਂ ਵੀ ਵੱਧ ਚੜ੍ਹ ਕੇ ਹਿੱਸਾ ਲੈਣ, ਸ਼ਮੂਲੀਅਤ ਕਰਨ। ਜੈਪੁਰ ਵਾਲਾ ਰੋਡ ਵੀ ਰੋਕਤਾ। ਦਿੱਲੀ ਨੂੰ ਚਾਰੇ ਪਾਸਿਓਂ ਘੇਰਨ ਦੇ ਯਤਨ ਕੀਤੇ ਜਾ ਰਹੇ। 19 ਤਰੀਕ ਤੋਂ ਭੁੱਖ ਹੜਤਾਲ ਵੀ ਸ਼ੁਰੂ ਕੀਤੀ ਜਾ ਰਹੀ ਹੈ। ਤੁਹਾਨੂੰ ਲੱਗਦਾ ਕਿ ਸਰਕਾਰ 'ਤੇ ਦਬਾਅ ਬਣਦਾ ਜਾ ਰਿਹਾ ਅਤੇ ਸਰਕਾਰ ਨੂੰ ਕਹਿ ਰਹੇ ਕਿ ਕਿਸਾਨ ਕਹਿੰਦੇ ਕਿ ਸਰਕਾਰ ਬਿੱਲ ਵਾਪਸ ਕਰ ਲੇ, ਸਾਨੂੰ ਕੀ ਕੋਈ ਪ੍ਰੋਬਲਮ ਨਹੀਂ ਹੋਈ ਜੀ? ਉਹਨਾਂ ਦੀ ਜਿੱਦ ਤਾਂ ਆਪਣੇ ਮੰਗਾਂ ਤੱਕ ਹੋਣੀ ਚਾਹੀਦੀ ਹੈ। ਦੇਖੋ, ਇਹਦੇ ਬਾਰੇ ਲੋਕਾਂ 'ਚ ਲੋਕ ਰਾਏ ਅਮਰਜ ਹੋਏਗੀ। ਅਲਟੀਮੇਟਲੀ ਪੋਲੀਟੀਕਲ ਪਾਰਟੀਆਂ ਨੂੰ ਦੇਸ਼ ਦੇ ਹਿੱਤ ਵਿੱਚ ਸੋਚਣਾ ਪਏਗਾ। ਇਹ ਨਹੀਂ ਵੀ 2022 ਦੀਆਂ ਚੋਣਾਂ ਹੋਣੀਆਂ, ਕਿੰਨੀਆਂ ਸੀਟਾਂ ਸਾਡੀਆਂ ਆਉਣਗੀਆਂ, ਕਾਂਗਰਸ ਦੀਆਂ ਕਿੰਨੀਆਂ ਆਉਣਗੀਆਂ, ਅਕਾਲੀ ਦਲ ਦੀਆਂ ਕਿੰਨੀਆਂ ਆਉਣਗੀਆਂ, BJP ਦੀਆਂ ਕਿੰਨੀਆਂ ਆਉਣਗੀਆਂ। ਇਸ ਗੱਲ ਨੂੰ ਛੱਡ ਕੇ ਪੰਜਾਬ ਦੇ ਹਾਲਾਤ ਖਰਾਬ ਨਾ ਹੋਣ, ਦੇਸ਼ ਦੇ ਹਾਲਾਤ ਖਰਾਬ ਨਾ ਹੋਣ, ਦੇਸ਼ ਦੀ ਤਰੱਕੀ ਹੋਵੇ, ਦੇਸ਼ ਦਾ ਵਿਕਾਸ ਹੋਵੇ, ਪੰਜਾਬ ਦੇ ਲੋਕ ਖੁਸ਼ਹਾਲ ਹੋਣ, ਠੰਡ 'ਚ ਲੋਕ ਸੜਕਾਂ 'ਤੇ ਨਾ ਰੁਲਣ, ਇਹਦੇ ਯਤਨ ਕਰਨੇ ਚਾਹੀਦੇ ਆ। ਸਿਆਸਤ 'ਚ ਕਿਹੜੀ ਪਾਰਟੀ ਦਾ ਰਾਜ ਆਉਂਦਾ ਉਹ ਬਹੁਤ ਛੋਟੀ ਗੱਲ ਹੈ। ਪੰਜਾਬ ਵਸਦਾ ਰਹੇ, ਪੰਜਾਬ ਤਰੱਕੀ ਕਰੇ, ਪੰਜਾਬ ਖੁਸ਼ਹਾਲ ਹੋਵੇ, ਇਹਦੀ ਲੋੜ ਹੈ। ਸਰ, 15 ਦੇ ਕਰੀਬ ਕਿਸਾਨ ਇੱਥੇ ਮਾਰੇ ਗਏ ਨੇ ਠੰਡ ਕਰਕੇ ਜਾਂ ਹੋਰ ਕਰਕੇ, ਜਿਨ੍ਹਾਂ ਨੂੰ ਸ਼ਹੀਦ ਆ ਲੋਕ ਕਹਿ ਰਹੇ ਨੇ। ਗਿਣਤੀ ਵੱਧ ਸਕਦੀ ਹੈਗੀ ਆ। ਤੁਹਾਨੂੰ ਲੱਗਦਾ ਕਿ ਸੰਘਰਸ਼ ਨੂੰ
ਰੋਕ ਦੇਣਾ ਚਾਹੀਦਾ ਇੱਥੇ ਸਰਕਾਰ ਨੂੰ। ਅਗਰ ਸਰਕਾਰ ਤੇ ਲੋਕਾਂ ਨੂੰ ਇਹ ਬਿੱਲਾਂ ਪ੍ਰਤੀ ਨਹੀਂ ਭਰੋਸਾ ਤੇ ਸਰਕਾਰ ਨੂੰ ਵਾਪਸ ਲੈਣ ਦੇ ਵਿੱਚ ਕੋਈ ਹਰਜ ਨਹੀਂ ਹੋਣਾ ਚਾਹੀਦਾ, ਕੋਈ ਗੁਨਾਹ ਤਾਂ ਨਹੀਂ ਹੈਗਾ ਸਰ। ਤੁਸੀਂ ਦੇਖੋ ਕੱਲ ਪਰਸੋਂ ਇੱਕ ਆਰਟੀਕਲ ਅਜੀਤ ਵਿੱਚ ਲੱਗਿਆ ਸੀ ਹਰਜਿੰਦਰ ਸਿੰਘ ਲਾਲ ਦਾ। ਉਹਨੇ ਲਿਖਿਆ ਸੀ ਵੀ ਇੱਦਾਂ ਤਾਂ ਕੋਈ ਵੀ ਬੰਦਾ ਉੱਠ ਕੇ ਕਹੇਗਾ ਵੀ ਆਹ ਬਿੱਲ ਵਾਪਸ ਲੈ ਲਓ, ਲੋਕੀ ਡਿਸਾਈਡ ਕਰਨ ਲੱਗ ਜਾਣਗੇ ਬਿੱਲ ਕਿਹੜੇ ਬਿੱਲੇ ਪੜ੍ਹਨੇ ਆ ਕਿਹੜੇ ਨਹੀਂ ਲੜਨੇ। ਸਰਕਾਰਾਂ ਜਿਹੜੀਆਂ ਲੋਕਾਂ ਨੇ ਚੁਣ ਕੇ ਭੇਜੀਆਂ ਉਹ ਤਾਂ ਨਹੀਂ ਪਿੱਛੇ ਰਹਿ ਜਾਣਗੀਆਂ। ਕਿਸੇ ਕੋਈ ਹੱਦ ਹੁੰਦੀ ਹੈ ਐਜੀਟੇਸ਼ਨ ਦੀ, ਉਹ ਹੱਦ ਤੋਂ ਪਰੇ ਨਹੀਂ ਜਾਣਾ ਚਾਹੀਦਾ। ਕਹਿੰਦੇ ਇਹ ਹੈ ਹੀ ਬਿੱਲ ਸਾਰੇ ਵਪਾਰੀਆਂ ਨੂੰ ਪ੍ਰਮੋਟ ਕਰਨ ਵਾਸਤੇ ਨੇ। ਕਿਸਾਨ ਵੀ ਮਾਰੇ ਜਾਣਗੇ, ਕਿਸਾਨ ਦੇ ਨਾਲ ਖੇਤ ਮਜ਼ਦੂਰ ਵੀ ਮਾਰੇ ਜਾਣਗੇ ਜੀ। ਕਹਿਣ ਨੂੰ ਜੋ ਮਰਜ਼ੀ ਕਹੀ ਜਾਓ, ਜੋ ਉਹਨਾਂ ਨੇ ਕਿਹਾ ਵੀ ਬਰਾਬਰ ਕਰ ਦਿਓ, ਬਰਾਬਰ ਕਰ ਦਿੱਤਾ। ਟੈਕਸ ਲਾਉਣਾ ਸੀ ਟੈਕਸ ਲਾਤਾ, ਕੋਰਟ 'ਚ ਜਾਣ ਦਾ ਸਿਸਟਮ ਸੀ ਉਹ ਕਰ ਦਿੱਤਾ। ਉਹ ਤੋਂ ਬਾਅਦ ਹੋਰ ਕੀ ਚਾਹੀਦਾ? ਉਹ ਕਹਿੰਦੇ ਜਿਹੜਾ ਤੁਹਾਡੇ ਕੋਲ ਡੱਬਾ ਰਹਿ ਗਿਆ ਉਹ ਵੀ ਸਾਨੂੰ ਦੇ ਦਿਓ ਨਾ, ਮਠਿਆਈ ਤੇ ਦੇ ਹੀ ਦਿੱਤੀ ਹੈਗੀ ਜੀ। ਜੋ ਤਾਂ ਉਹਨਾਂ ਦੀ ਹੁਣ ਸੋਚ ਹੈ, ਉਹਨਾਂ ਦੀ ਸੋਚ ਹੈ। ਇਹਦੇ ਵਿੱਚ ਪਬਲਿਕ ਓਪੀਨੀਅਨ ਬਣੇਗੀ, ਲੋਕੀ ਇਹਦੇ ਬਾਰੇ ਸੋਚਣਗੇ ਕੀ ਦੇਸ਼ ਲਈ ਲਾਹੇਵੰਦ ਹੈ, ਕੀ ਨੁਕਸਾਨ ਹੈ। ਕਿ ਬਾਈ ਨੂੰ ਧਿਆਨ ਵਿੱਚ ਰੱਖਦੇ ਹੋਏ ਸਭ ਕੁਝ ਹੋ ਰਿਹਾ, ਕਿਹੜੀ ਪਾਰਟੀ ਹੈ ਬਾਈ ਦੇ ਧਿਆਨ ਵਿੱਚ ਰੱਖਦੇ ਹੋਏ ਸੰਘਰਸ਼ ਦੇ ਨਾਲ ਜੁੜੀ ਹੈ ਜੀ? ਦੇਖੋ ਕਾਂਗਰਸ ਪਾਰਟੀ ਦਾ ਚੋਣ ਮੈਨੀਫੈਸਟੋ ਸੀ, ਚੋਣ ਮੈਨੀਫੈਸਟੋ ਲਿਖਿਆ ਸੀ ਇਹ ਲੈ ਕੇ ਆਵਾਂਗੇ। ਜੇ ਹੁਣ ਵਿਰੋਧ ਕਰਦੇ ਆ ਇਹ ਸਵਾਏ ਗਲਤ ਰਾਜਨੀਤੀ ਹੈ। ਸ਼੍ਰੋਮਣੀ ਅਕਾਲੀ ਦਲ ਜਿਹੜਾ ਇਹਦੀ ਹਮਾਇਤ ਕਰਦਾ ਰਿਹਾ, ਟੀਵੀ 'ਤੇ ਵੀ ਅਖਬਾਰਾਂ ਰਾਹੀਂ ਵੀ ਬੋਲਦੇ ਰਹੇ, ਹੱਕ 'ਚ ਭਾਸ਼ਣ ਵੀ ਕਰਦੇ ਰਹੇ, ਅੱਜ ਉਹਦਾ ਵਿਰੋਧ ਕਰਨ ਲੱਗੇ। ਇਹ ਰਾਜਨੀਤੀ ਦਾ ਹੋਰ ਕੀ ਹੈ? 2022 ਤੇ ਤੁਸੀਂ ਵੀ 117 ਸੀਟਾਂ ਤੇ ਲੜਨੀ ਨਾ, ਕਿਹੜੇ ਮੂੰਹ ਦੇ ਨਾਲ ਲੋਕਾਂ ਦੇ ਘਰ ਜਾਓਗੇ ਜੀ? ਦੇਖੋ ਮੂੰਹ ਦੀ ਗੱਲ ਨਹੀਂ ਹੈ, ਹਰ ਇੱਕ ਪਾਰਟੀ ਦਾ ਆਪਣਾ ਏਜੰਡਾ ਹੈ। ਲੋਕਾਂ 'ਚ ਜਾਣਾ ਹੈ, ਲੋਕ ਆਪਣੇ ਨੇ ਉਹਨਾਂ 'ਚ ਜਾਣਾ। ਸਾਰੇ ਦੇਸ਼ 'ਚ ਦੁਨੀਆ 'ਚ ਜਿੱਥੇ ਹੁਣ ਅੱਜ ਵੀ ਚੋਣਾਂ ਹੁੰਦੀਆਂ ਉੱਥੇ ਬੀਜੇਪੀ ਜਿੱਤੀ ਨਹੀਂ ਹੈ। ਪੰਜਾਬ ਕਰਕੇ ਸਾਡਾ ਜ਼ਿਆਦਾ ਨੁਕਸਾਨ ਹੋਊਗਾ ਕਿਉਂਕਿ ਬਿਹਾਰ ਯੂਪੀ ਵਾਲਿਆਂ ਨੂੰ ਤਾਂ ਅਜੇ ਵੀ ਨਹੀਂ ਪਤਾ ਕਿ MSP ਕੀ ਚੀਜ਼ ਹੁੰਦੀ ਹੈ ਜੀ। ਦੇਖੋ ਸਾਰਾ ਦੇਸ਼ 135 ਕਰੋੜ ਦੀ ਆਬਾਦੀ ਹੈ ਅਤੇ ਕਿੰਨੀਆਂ ਸਟੇਟਾਂ ਹੈ। ਆ ਜੈਪੁਰ 'ਚ ਪਿੱਛੇ ਰਾਜਸਥਾਨ ਚੋਣਾਂ ਹੋ ਕੇ ਹਟੀਆਂ, ਜਿੱਦਣ ਧਰਨਾ ਸੀ ਉਦੋਂ ਰਿਜ਼ਲਟ ਆ ਰਹੇ ਸੀ, ਉਹ ਸ਼ਾਨ ਨਾਲ ਜਿੱਤੇ ਨੇ ਬੀਜੇਪੀ ਉੱਤੇ। ਹਰਿਆਣਾ ਦੀ ਬਾਈ ਇਲੈਕਸ਼ਨ ਹਾਰ ਗਏ ਕਿਉਂਕਿ ਉੱਥੇ ਵੀ ਕਿਸਾਨ ਵਸਦੇ ਨੇ। ਅਤੇ ਹਰਿਆਣੇ ਦੀ ਇਲੈਕਸ਼ਨ 'ਚ ਪਹਿਲਾਂ ਵੀ ਬੀਜੇਪੀ ਉਹ ਸੀਟ ਸਾਡੇ ਕੋਲ ਨਹੀਂ ਸੀ, ਉਹਨਾਂ ਦੀ ਸੀਟ ਸੀ। 100 ਕਿੰਨੀਆਂ ਸਟੇਟਾਂ 'ਚ ਜਿੱਤੇ ਆਪਾਂ। ਤੋ ਇਹ ਦੇਖੋ ਇੱਕ ਸੀਟ ਹਾਰ ਗਿਆ, ਆਪਾਂ ਹਾਰਨ ਦੀ ਗੱਲ ਇੱਕ ਫੜ ਲਈ, ਜਿਹਨੇ ਜਿੱਤੇ ਉਹਦੀ ਗੱਲ ਕਰੋ ਤਾਂ ਤੇ ਕਿਸਾਨਾਂ ਦਾ ਜ਼ਿਆਦਾ ਪ੍ਰਭਾਵ ਨਾ, ਮੈਂ ਉਹੀ ਗੱਲ ਚਰਚਾ ਕਰੀ। ਪ੍ਰਭਾਵ ਦੀ ਗੱਲ ਨਹੀਂ ਹੈ, ਪਰ ਪ੍ਰਭਾਵ ਅੱਜ ਅਮਿਤ ਸ਼ਾਹ ਸਾਹਿਬ ਦੇ ਨਾਲ ਵੀ ਮੀਟਿੰਗ ਹੋਈ ਹੈ, ਕੀ ਅਗਲੀ ਰਣਨੀਤੀ ਕੀ ਤੈਅ ਕੀਤੀ ਜਾ ਰਹੀ ਹੈ? ਕਿਸਾਨਾਂ ਨੂੰ ਬੁਲਾਓਗੇ? ਕਿਸਾਨ ਦੇਖੋ ਰਣਨੀਤੀ ਇਹੀ ਹੈ, ਕਿਸਾਨਾਂ ਨਾਲ ਹਮੇਸ਼ਾ ਗੱਲਬਾਤ ਕਰਨ ਲਈ ਤਿਆਰ ਹੈ ਔਰ ਸਰਕਾਰ ਦੀ ਤੀਬਰ ਕੋਸ਼ਿਸ਼ ਹੈ ਕਿ ਜਲਦੀ ਤੋਂ ਜਲਦੀ ਮਸਲਾ ਹੱਲ ਹੋਵੇ। ਤੁਸੀਂ ਮਹਿਸੂਸ ਕਰਦੇ ਹੈਗੇ ਕਿ ਬਿੱਲ ਦੇ ਵਿੱਚ ਹੋਰ ਸੋਧਾਂ ਹੋ ਸਕਦੀਆਂ ਹੈਗੀਆਂ ਨੇ ਕਿਉਂਕਿ ਇੱਕ ਬਹੁਤ ਉੱਚ ਆਲਾ ਅਧਿਕਾਰੀ ਰਹੇ ਜੀ? ਜਿਹੜੀਆਂ ਸੋਧਾਂ ਉਹਨਾਂ ਨੇ ਕਹੀਆਂ ਸੀ ਸਾਰੀਆਂ ਕਰ ਦਿੱਤੀਆਂ, ਫਿਰ ਵੀ ਗੱਲਬਾਤ ਕਰਨ ਲਈ ਤਿਆਰ ਹੈ। ਉਹ ਤੋਂ ਵੱਧ ਹੋਰ ਕੀ ਹੋ ਸਕਦਾ? ਹੁਣ ਕਿਸਾਨਾਂ ਨੂੰ ਆ ਜਾਣਾ ਚਾਹੀਦਾ, ਸਰਕਾਰ ਦੇ ਨਾਲ ਮੀਟਿੰਗ ਕਰ ਲੈਣੀ ਚਾਹੀਦੀ। ਅਗਲੀ ਮੀਟਿੰਗ ਕੋਈ ਫਿਕਸ ਕੀਤੀ ਜਾ ਰਹੀ ਸਰ? ਜਦੋਂ ਕਿਸਾਨ ਚਾਹਣਗੇ ਅਸੀਂ ਮੀਟਿੰਗ ਕਰਨ ਨੂੰ ਤਿਆਰ ਹੈ। ਦਰਵਾਜ਼ੇ ਖੁੱਲ੍ਹੇ ਨੇ ਸਰਕਾਰ ਦੇ? ਬਿਲਕੁਲ, ਜਦੋਂ ਕਹਿਣਗੇ ਉਸ ਵਕਤ ਗੱਲ ਕਰਨ ਨੂੰ ਤਿਆਰ ਹੈ ਸਰਕਾਰ। ਜਿਹੜੇ ਪੰਜਾਬ ਤੋਂ ਕਿਸਾਨ ਆਏ ਨੇ, ਬਹੁਤ ਸਾਰੇ ਕਿਸਾਨਾਂ ਦੇ ਨਾਲ ਗੱਲਬਾਤ ਹੋਈ ਹੈ, ਬਹੁਤ ਜ਼ਿਆਦਾ ਸਰਕਾਰ ਤੇ ਗੁੱਸਾ, ਸਰਕਾਰ ਦੇ ਕੁਝ ਮੰਤਰੀਆਂ ਦੇ ਗੁੱਸਾ। ਕਈ ਤੇ ਕਿਸਾਨ ਆ ਜਿਹੜੇ ਰੋਜੀ ਰੋਟੀ ਦੀ ਖਾਤਰ ਇੱਥੇ ਬੈਠੇ ਹੈਗੇ, ਕੋਈ ਸਾਨੂੰ ਆ ਕੇ ਪਾਕਿਸਤਾਨ ਨੇ ਕਹੀ ਜਾਂਦਾ, ਕੋਈ ਕਹਿੰਦੇ ਕਿ ਚੀਨੀਆਂ ਦਾ ਮਸਲਾ ਹੈਗਾ ਜੀ। ਅਸੀਂ ਤੇ ਕਿਸਾਨ, ਸਾਨੂੰ ਤੇ ਆਪਣੀ ਨਸਲ ਤੇ ਫਸਲ ਦਾ ਸਵਾਲ ਆ ਸਰ। ਦੇਖੋ ਕਿਸਾਨ ਤਾਂ ਭੋਲਾ ਭਾਲਾ ਹੈ, ਕਿਸਾਨ ਚੰਗਾ ਹੈ, ਮਿਹਨਤੀ ਹੈ, ਅੰਨਦਾਤਾ ਹੈ, ਕੋਈ ਸ਼ੱਕ ਨਹੀਂ ਹੈ। ਪਰ ਐਡੇ ਵੱਡੇ ਹਜੂਮ ਦੇ ਵਿੱਚ ਬਹੁਤ ਗਲਤ ਐਲੀਮੈਂਟ ਦੇ ਘੁਸਣ ਦੀ ਸੰਭਾਵਨਾ ਹੋ ਸਕਦੀ ਹੈ। ਮੈਂ ਤਾਂ ਇੱਥੇ ਤਾਂ ਕਹਿ ਸਕਦਾ, ਬਹੁਤ ਸਾਰੇ ਕਿਸਾਨ ਲੀਡਰ ਵੀ ਕਹਿੰਦੇ ਨੇ ਸਾਡੇ ਵੱਸ 'ਚ ਨਹੀਂ ਗੱਲ ਰਹਿਣੀ, ਕੋਈ ਇਹੋ ਜਿਹੇ ਐਲੀਮੈਂਟ 'ਚ ਆ ਸਕਦੇ ਨੇ। ਇਹਦੀ ਸੰਭਾਵਨਾ ਤਾਂ ਹੋ ਸਕਦੀ ਹੈ, ਕੋਈ ਗਲਤ ਐਲੀਮੈਂਟ ਆ ਸਕੇ, ਮਾਹੌਲ ਖ਼ਰਾਬ ਕਰਨ ਦੀ ਕੋਸ਼ਿਸ਼ ਕਰ ਸਕਦਾ। ਇਹ ਤੋਂ ਬਿਨਾਂ ਹੋਰ ਮੈਂ ਕਿਸੇ ਨੂੰ ਨਹੀਂ ਕਹਿੰਦਾ ਹੈ। ਕਿਸਾਨ ਤਾਂ ਆਪਣੇ ਭੈਣ ਭਰਾ ਨੇ, ਆਪਣੇ ਪਰਿਵਾਰ ਨੇ, ਅੰਨਦਾਤਾ ਨੇ, ਦੇਸ਼ ਦੀ ਸੇਵਾ ਕਰਨ ਵਾਲੇ ਨੇ, ਉਹਨਾਂ ਬਾਰੇ ਤਾਂ ਕੋਈ ਗੱਲ ਕਹੀ ਨਹੀਂ ਜਾ ਸਕਦੀ। ਤੁਹਾਨੂੰ ਲੱਗਦਾ ਸਰ ਪੰਜਾਬ ਦੀਆਂ ਜਿਹੜੀਆਂ ਪੋਲੀਟੀਕਲ ਪਾਰਟੀਆਂ ਦੀਆਂ ਬਹੁਤ ਵੱਡੇ ਚਿਹਰੇ ਹੈਗੇ ਨੇ, ਉਹਨਾਂ ਨੂੰ ਵੀ ਇਨਵੋਲਵਮੈਂਟ ਆਪਣੀ ਸ਼ੋਅ ਕਰਨੀ ਚਾਹੀਦੀ ਕਿ ਉਹਨਾਂ ਨੂੰ ਮਨਾਉਣਾ ਚਾਹੀਦਾ, ਜਾਂ ਉਹ ਲੋਕ ਨੇ ਜਿਹੜੇ ਸਰਕਾਰ ਨੂੰ ਮਨਾ ਸਕਦੇ ਹੈਗੇ ਨੇ? ਦੇਖੋ ਜਿਨ੍ਹਾਂ ਦੀ ਪੋਲੀਟੀਕਲ ਚੋਣ ਮੈਨੀਫੈਸਟੋ 'ਚ ਇਹ ਗੱਲ ਸੀ ਕਾਂਗਰਸ ਨੂੰ, ਤਾਂ ਕਾਂਗਰਸ ਪਾਰਟੀ ਦਾ ਫਰਜ਼ ਬਣਦਾ, ਨੈਤਿਕ ਜ਼ਿੰਮੇਵਾਰੀ ਹੈ ਆਪਣੇ ਚੋਣ ਮੈਨੀਫੈਸਟੋ ਦੇ ਮੁਤਾਬਕ ਜੇ ਕੋਈ ਬਿੱਲ ਬਣਿਆ ਇਹਦੀ ਹਮਾਇਤ ਕਰਨ। ਔਰ ਸ਼੍ਰੋਮਣੀ ਅਕਾਲੀ ਦਲ ਜਿਹੜੀ ਇਹਦੀ ਹਮਾਇਤ 'ਚ ਬੋਲਦਾ ਰਿਹਾ, ਜੇ ਉਹ ਇਹਦੇ ਉਲਟ ਹੁਣ ਬੋਲਦਾ ਤਾਂ ਇਹ ਗੱਲ ਚੰਗੀ ਨਹੀਂ ਹੈ, ਅਨੈਤਿਕ ਗੱਲ ਮੈਂ ਕਹਿ ਸਕਦਾ। ਕਿਸਾਨ ਕਹਿੰਦੇ ਨੇ ਪ੍ਰਧਾਨ ਮੰਤਰੀ ਸਾਹਿਬ ਬਹੁਤ ਵਾਰ ਮਨ ਦੀ ਬਾਤ ਕਰਦੇ, ਕਦੀ ਕਿਸਾਨਾਂ ਦੇ ਮਨ ਦੀ ਗੱਲ ਨਹੀਂ ਕੀਤੀ ਹੈਗੀ। ਉਹ ਆਉਣ ਤੇ ਮਸਲਾ ਹੱਲ ਕਰਨ ਤੇ ਬਿੱਲ ਵਾਪਸ ਲੈਣ ਜੀ। ਪ੍ਰਧਾਨ ਮੰਤਰੀ ਜੀ ਦਾ ਵਿਜ਼ਨ ਹੈ ਕਿ ਕਿਸਾਨਾਂ ਦੀ ਆਮਦਨ ਦੁੱਗਣੀ ਕਰਨੀ ਹੈ।
1 ਲੱਖ ਕਰੋੜ ਰੁਪਇਆ ਕਿਸਾਨਾਂ ਦੇ ਖਾਤਿਆਂ 'ਚ ਗਿਆ। ਇਹ ਕਦੇ ਅੱਜ ਤੱਕ ਗਿਆ ਹੈ ਕਿ ਇੰਨਾ ਪੈਸਾ ਕਿਸਾਨਾਂ ਦੇ ਖਾਤਿਆਂ 'ਚ ਉਹਨਾਂ ਨੇ ਪਾਇਆ। ਔਰ 1 ਲੱਖ ਕਰੋੜ ਰੁਪਏ ਦਾ ਫਿਰ ਇੱਕ ਪੈਕੇਜ ਅਨਾਊਂਸ ਕੀਤਾ, ਪੋਸਟ ਹਾਰਵੈਸਟ, ਕੋਈ ਕੋਲਡ ਸਟੋਰ ਲਾਉਣਾ, ਕਿਸੇ ਨੇ ਕੋਈ ਹੋਰ ਕੰਮ ਸ਼ੁਰੂ ਕਰਨਾ, ਕੁਛ ਕਰਨਾ। ਇਹ ਸਾਰਾ ਪ੍ਰੋਜੈਕਟ ਉਹਨਾਂ ਨੇ ਕਿਸਾਨਾਂ ਲਈ ਕੀਤਾ। ਕਿਸਾਨਾਂ ਦੀ ਚਿੰਤਾ ਹੈ, ਕਿਸਾਨ ਦੀ ਆਮਦਨ ਦੁੱਗਣੀ ਕਰਨ ਦਾ ਪੱਕਾ ਇਰਾਦਾ ਹੈ। ਇਸ ਕਰਕੇ ਕਈ ਵਾਰੀ ਜਿਹੜੀਆਂ ਯੂਨੀਅਨਸ ਨੇ ਉਸ ਗੱਲ ਨੂੰ ਹੋਰ ਢੰਗ ਨਾਲ ਲੈਂਦੀਆਂ। ਅਪਰੋਚ ਦਾ ਫਰਕ ਹੈ, ਹੋਰ ਕੋਈ ਗੱਲ ਨਹੀਂ ਹੈ। ਜਿਹੜੇ ਹੁਣ ਪੰਜਾਬ ਤੋਂ ਇੰਨੇ ਲੋਕ ਇਕੱਠੇ ਆ ਗਏ ਨੇ, ਹਰਿਆਣੇ ਦੇ ਲੋਕ ਨੇ, ਰਾਜਸਥਾਨ ਤੋਂ ਆ ਰਹੇ ਨੇ, ਗੁਜਰਾਤ ਤੋਂ ਲੋਕ ਆ ਰਹੇ ਨੇ, ਮਹਾਰਾਸ਼ਟਰ ਤੋਂ ਵੀ ਲੋਕ ਆ ਰਹੇ ਨੇ ਜੀ, ਉਹਨਾਂ ਦਾ ਕੀ ਬਣੂਗਾ ਸਰ? ਦੇਖੋ, ਗੱਲਬਾਤ ਕੀਤੀ ਜਾਏਗੀ, ਇਹਦਾ ਹੱਲ ਕੱਢਿਆ ਜਾਏਗਾ, ਇਹੀ ਕਹਿ ਸਕਦਾ। ਸਰਕਾਰ ਕਿਸਾਨਾਂ ਦੇ ਨਾਲ ਆ? ਬਿਲਕੁਲ, ਕਿਸਾਨ ਆਪਣੇ ਨੇ, ਦੇਸ਼ ਦੇ ਕਿਸਾਨ ਨੇ, ਉਹਨਾਂ ਦੇ ਬਾਰੇ ਸਰਕਾਰ ਦਾ ਸੋਚਣਾ ਫਰਜ਼ ਬਣਦਾ ਹੈ। ਕਿਸਾਨ ਲੀਡਰਾਂ ਦਾ ਵੀ ਆਪਣੀ ਜ਼ਿੰਮੇਵਾਰੀ ਬਣਦੀ ਹੈ ਕਿ ਇਸ ਗੱਲ ਨੂੰ ਖਤਮ ਕਰਨ ਲਈ ਯਤਨ ਕਰਨ। ਔਰ ਜਿੱਦ ਤਾਂ ਕਿਸੇ ਚੀਜ਼ ਦੀ ਚੰਗੀ ਨਹੀਂ ਹੁੰਦੀ। ਕਹਿ ਰਹੇ ਕਿ ਕਿਸਾਨਾਂ ਦੀ ਨਹੀਂ ਹੈ, ਵਪਾਰੀਆਂ ਦੀ ਸਰਕਾਰ ਬਣ ਕੇ ਰਹਿ ਗਈ। ਵਪਾਰੀਆਂ ਤੋਂ ਇਲਾਵਾ ਸਰਕਾਰ ਨੂੰ ਕੁਝ ਦਿਸਦਾ ਨਹੀਂ ਹੈਗਾ ਜੀ। ਦੇਖੋ, ਕਹਿਣ ਨੂੰ ਜੋ ਮਰਜ਼ੀ ਕਹੇ, ਕਾਹਦੀ ਸਰ ਕਿਸਾਨ ਕਹਿ ਰਹੇ ਜੋ ਮਰਜ਼ੀ ਕਹੇ ਜਾਣ, ਕਿਸਾਨਾਂ ਨੂੰ ਉਹਨਾਂ ਦੀ ਗੱਲਾਂ ਆਪਾਂ ਮੰਨਦੀਆਂ। 5 ਦੌਰ ਦੀ ਗੱਲਬਾਤ ਕੀਤੀ, ਉਹਨਾਂ ਕਿ 31 ਨੇ ਇਕੱਠੇ ਹੋ ਕੇ ਆਉਣਾ, ਅਸੀਂ 31 ਜਣੇ ਆ ਜਾਓ, ਅਸੀਂ ਕਿ ਸਬ ਕਮੇਟੀ ਬਣਾ ਲਓ। ਕਹਿੰਦੇ ਨਹੀਂ ਜੀ, ਅਸੀਂ ਤਾਂ 31 ਬੈਠਾਂਗੇ। ਅਸੀਂ ਕਿ ਬੈਠੋ ਜੀ, ਜੋ ਗੱਲ ਮੰਗੀ ਉਹ ਲਿਖ ਲਈ, ਉਹ ਮੰਨ ਲਈ। ਇਹ ਤੋਂ ਬਾਅਦ ਹੋਰ ਕੀ ਕਹਿਣਾ? ਜੇ ਕਿਸਾਨ ਲੀਡਰ ਵੀ ਹਾਲੇ ਵੀ ਕਹਿੰਦੇ ਨੇ ਵਪਾਰੀਆਂ ਦੀ ਆ, ਤਾਂ ਵਪਾਰੀ ਦਾ ਹੁਣ ਕੀ ਕਹਿ ਕੇ ਇਹਦੇ ਬਾਰੇ ਕੀ ਕਹਿ ਸਕਦਾ? ਪਰ ਸਰ ਤੁਹਾਨੂੰ ਲੱਗਦਾ ਨਹੀਂ ਕਿ ਜਿਹੜੇ ਇੱਥੋਂ ਇੱਕ ਸ਼ੁਰੂਆਤ ਹੋਈ ਹੈ ਕਿ ਜਦੋਂ ਵੀ ਕੋਈ ਸਰਕਾਰ, ਮੰਨ ਲਓ ਅੱਜ ਤੁਹਾਡੀ ਸਰਕਾਰ, ਕੱਲ੍ਹ ਨੂੰ ਕਿਸੇ ਹੋਰ ਪਾਰਟੀ ਦੀ ਸਰਕਾਰ ਆਏਗੀ, ਜਾਂ ਆਉਂਦੀ ਜਾਂ ਨਹੀਂ ਆਉਂਦੀ ਹੈ ਵੱਖਰੀ ਗੱਲ, ਪਰ ਇੱਕ ਨਵੀਂ ਸ਼ੁਰੂਆਤ ਹੋ ਗਈ ਕਿ ਜਿੰਨੇ ਵੀ ਕਾਨੂੰਨ ਆਏ ਨੇ ਪਹਿਲਾਂ ਉਹ ਪਬਲਿਕ ਡੋਮੇਨ 'ਚ ਜਾਣੇ ਚਾਹੀਦੇ ਨੇ। ਦੇਖੋ, ਪੋਲੀਟੀਕਲ ਪਾਰਟੀਆਂ ਦੀ ਇਹ ਫਰਸਟ੍ਰੇਸ਼ਨ ਹੈ। ਵੋਟਾਂ 'ਚ ਬੁਰੀ ਤਰ੍ਹਾਂ ਹਾਰ ਚੁੱਕੇ ਨੇ, ਵੋਟਾਂ 'ਚ ਬੁਰੀ ਤਰ੍ਹਾਂ ਮਾਰ ਖਾ ਚੁੱਕੇ ਨੇ, ਉਹ ਪਾਰਟੀਆਂ ਦੀ ਸਪੋਰਟ ਕਰਦੀਆਂ। ਕਾਂਗਰਸ ਦਾ ਕੀ ਬੁਰਾ ਹਾਲ ਹੈ, ਖਾਤਮੇ 'ਤੇ ਪਾਰਟੀ ਆ ਚੁੱਕੀ ਹੈ। ਹੁਣ ਇਹ ਜਿਨ੍ਹਾਂ ਨੇ ਚੋਣ ਮੈਨੀਫੈਸਟੋ ਵੀ ਲਿਖਿਆ ਹੈ, ਆਪਣਾ ਆਪ ਹੀ ਜਲੂਸ ਕੱਢ ਰਹੇ ਨੇ। ਅੱਜ ਦੇਸ਼ 'ਚ ਕਿੰਨੀਆਂ ਚੋਣਾਂ ਹੋਈਆਂ, ਬੀਜੇਪੀ ਨੂੰ ਕੋਈ ਫਰਕ ਪਿਆ? ਸਭ ਤੋਂ ਵੱਡੀ ਦੁਨੀਆ ਦੀ ਪਾਰਟੀ ਹੈ, ਸਭ ਤੋਂ ਵੱਡੀ ਮੈਂਬਰਸ਼ਿਪ ਹੈ ਇਹਨਾਂ ਕੋਲ। ਔਰ ਸ਼੍ਰੋਮਣੀ ਅਕਾਲੀ ਦਲ ਦਾ ਦੇਖ ਲਓ ਉਹਦਾ ਕਿੰਨਾ ਬੁਰਾ ਹਾਲ ਹੈ। ਮੇਰਾ ਖਿਆਲ ਹੈ ਪਾਰਟੀਆਂ ਨੂੰ ਆਪਣੀ ਜ਼ਿੰਮੇਵਾਰੀ ਤੋਂ ਕੰਮ ਲੈਣਾ ਚਾਹੀਦਾ। ਕਹਿ ਰਹੇ ਨੇ ਕਿ ਪੰਜਾਬ ਨੂੰ ਆਰਥਿਕ ਤੌਰ 'ਤੇ ਤਬਾਹ ਕੀਤਾ ਜਾ ਰਿਹਾ ਜੀ। ਕੌਣ ਕਹਿ ਰਿਹਾ? ਕਿਸਾਨ ਕਹਿ ਰਹੇ ਨੇ, ਪਾਰਟੀਆਂ ਕਹਿ ਰਹੀਆਂ ਨੇ। ਪਾਰਟੀਆਂ ਦਾ ਆਪਣੇ ਆਪ, ਜਦ ਜਿਹੜੇ ਪਾਰਟੀਆਂ ਦੇ ਕੋਈ ਐਲੀਗੇਸ਼ਨ ਹੀ ਲਾਣੇ, ਉਹਨਾਂ ਨੇ ਕੀ ਕਰਨੇ ਆ? ਕਾਂਗਰਸ ਪਾਰਟੀ ਦਾ ਹਾਲ ਦੇਖ ਆਪਾਂ ਨੂੰ ਪਤਾ ਹੀ ਹੈ। ਉਹੀ ਰਾਹੁਲ ਗਾਂਧੀ ਫੋਟੋ ਲਾ ਕੇ ਆਪਣਾ ਚੋਣ ਮੈਨੀਫੈਸਟੋ ਜਾਰੀ ਕਰਦਾ। ਇਹਨਾਂ ਬਿੱਲਾਂ ਬਾਰੇ ਅਸੀਂ ਲੈ ਕੇ ਆਉਣੇ ਆ, ਹੁਣ ਇਹ ਤਾਂ ਮੁੱਕਰਦੇ ਨੇ। ਉਹ ਤਾਂ ਕਹਿ ਰਹੇ ਜੇ ਸਾਡੀ ਸਰਕਾਰ ਹੋਊਗੀ ਤਾਂ ਅਸੀਂ ਬਿੱਲ ਰੱਦ ਕਰਾਂਗੇ ਜੀ। ਇਹ ਤਾਂ ਫਿਰ ਝੂਠ ਜੋ ਮਰਜ਼ੀ ਬੋਲੀ ਜਾਓ। ਜੋ ਆਪਣਾ ਬਿੱਲ, ਉਹਨਾਂ ਦਾ ਚੋਣ ਮੈਨੀਫੈਸਟੋ ਗਲਤ ਸੀ, ਕਹਿਣੇ ਵੀ ਸਾਡਾ ਤੋਂ ਗਲਤ ਚੋਣ ਮੈਨੀਫੈਸਟੋ ਸੀ, ਕਹਿਣੇ ਸਾਡੀ ਮਨਮੋਹਨ ਸਿੰਘ ਪਾਰਲੀਮੈਂਟ 'ਚ ਗਲਤ ਬੋਲਿਆ ਸੀ, ਕਹਿਣੇ ਕਪਿਲ ਸਿੱਬਲ ਪਾਰਟੀ ਪਾਰਲੀਮੈਂਟ 'ਚ ਗਲਤ ਬੋਲਿਆ ਸੀ। ਇਸ ਗੱਲ ਨੂੰ ਮੰਨਣਗੇ ਉਹ? ਸ਼੍ਰੋਮਣੀ ਅਕਾਲੀ ਦਲ ਮੰਨੇਗਾ ਵੀ ਅਸੀਂ 3 ਮਹੀਨੇ ਝੂਠ ਬੋਲਦੇ ਰਹੇ ਹਾਂ? ਅਸੀਂ ਬਾਲ ਸਾਹਿਬ ਨੇ ਤੁਹਾਨੂੰ ਪਦਮ ਭੂਸ਼ਣ ਵੀ ਮੋੜਤਾ ਜੀ। ਚਲੋ, ਉਹਨਾਂ ਦੀ ਜ਼ਿੰਮੇਵਾਰੀ ਹੈ, ਉਹਨਾਂ ਦਾ ਵੱਡੇ ਸਤਿਕਾਰਯੋਗ ਨੇ, ਉਹਨਾਂ ਦੀ ਤਾਂ ਬਾਰੇ ਮੈਂ ਕੁਛ ਕਹਿ ਨਹੀਂ ਸਕਦਾ। ਸਾਡੇ ਵੱਡੇ ਲੀਡਰ ਨੇ, ਦੇਸ਼ ਦੇ ਵੱਡੇ ਲੀਡਰ ਨੇ, ਬਹੁਤ ਵੱਡਾ ਉਹਨਾਂ ਦਾ ਕੱਦ ਹੈ। ਉਹਨਾਂ ਬਾਰੇ ਕੋਈ ਕਮੈਂਟਰੀ ਕਰਨੀ ਤਾਂ ਮੇਰੇ ਲਈ ਬਿਲਕੁਲ ਵਾਜਬ ਨਹੀਂ ਹੋਏਗੀ। ਵੈਸੇ ਉਹਨਾਂ ਦਾ ਤਾਂ ਸਾਰੀ ਪਾਰਟੀਆਂ ਦਾ ਫਰਜ਼ ਬਣਦਾ ਹੈ ਇਸ ਗੱਲ ਨੂੰ ਸਮੇਟਣ ਵਿੱਚ ਯੋਗਦਾਨ ਪਾਉਣ। ਸਾਰੀ ਆਲ ਪਾਰਟੀ ਮੀਟਿੰਗ ਤੁਸੀਂ ਕਹਿੰਦੇ ਕਿ ਬੁਲਾਈ ਜਾ ਸਕਦੀ ਹੈ, ਜਾਂ ਪਾਰਟੀਆਂ ਨੂੰ ਵੈਸੇ ਅਪੀਲ ਕਰ ਦੇਣੀ ਚਾਹੀਦੀ ਇਸ ਮਸਲੇ 'ਤੇ? ਸਾਰੀਆਂ ਪਾਰਟੀਆਂ ਨੂੰ ਦੇਸ਼ ਦੇ ਵਡੇਰੇ ਹਿੱਤਾਂ ਵਿੱਚ ਇਸ ਸੰਘਰਸ਼ ਦੇ ਬਾਰੇ ਸੋਚਣਾ ਚਾਹੀਦਾ ਹੈ। ਇਹ ਕਿਸ ਤਰ੍ਹਾਂ ਕੰਟਰੋਲ ਹੋਵੇ, ਕਿਸ ਤਰ੍ਹਾਂ ਖਤਮ ਹੋਵੇ, ਯੋਗਦਾਨ ਪਾਉਣਾ ਚਾਹੀਦਾ ਹੈ। ਕਾਂਗਰਸ ਪਾਰਟੀ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਸਾਹਿਬ ਕਹਿ ਰਹੇ ਨੇ ਕਿ ਸੈਂਟਰ ਸਰਕਾਰ ਨੂੰ ਵਿੰਟਰ ਸੈਸ਼ਨ ਬੁਲਾ ਲੈਣਾ ਚਾਹੀਦਾ ਅਤੇ ਮਸਲੇ ਦਾ ਹੱਲ ਕੱਢਣਾ ਚਾਹੀਦਾ ਜੀ। ਜਾਖੜ ਸਾਹਿਬ ਦਾ ਬਾਰੇ ਮੈਂ ਕੀ ਕਰਾਂ ਯਾਰ, ਕੁਛ ਵੀ ਕਿਹਾ ਜਾ ਸਕਦਾ ਹੈ। ਕੈਪਟਨ ਸਾਹਿਬ ਨੂੰ ਮੈਂ ਅਪੀਲ ਕਰਾਂਗਾ, ਬਹੁਤ ਸੀਨੀਅਰ ਲੀਡਰ ਨੇ, ਬਹੁਤ ਨੈਸ਼ਨਲਿਸਟ ਨੇ, ਦੇਸ਼ ਦੀ ਬੜੀ ਚੰਗੀ ਸੋਚ ਆ ਉਹਨਾਂ ਦੀ, ਉਹ ਕੁਝ ਰੋਲ ਪਲੇ ਕਰ ਸਕਦੇ ਆ ਪੰਜਾਬ ਬਾਰੇ। ਬਾਦਲ ਸਾਹਿਬ ਰੋਲ ਵੱਡੇ ਪਲੇ ਕਰ ਸਕਦੇ ਆ, ਉਹ ਕਰਕੇ ਪੰਜਾਬ ਦੇ ਹਿੱਤਾਂ ਦੀ ਖਾਤਰ ਉਹਨਾਂ ਨੂੰ ਕੋਈ ਨਾ ਕੋਈ ਕਦਮ ਚੱਕਣੇ ਚਾਹੀਦੇ ਆ। ਬੀਜੇਪੀ ਅਪਰੋਚ ਕਰ ਸਕਦੀ ਸਰ ਇਸ ਮਸਲੇ 'ਚ ਕੈਪਟਨ ਨੂੰ ਜਾਂ ਬਾਦਲ ਸਾਹਿਬ ਨੂੰ, ਜਾਂ ਬੀਜੇਪੀ ਨੂੰ ਲੱਗਦਾ ਹੈਗਾ ਕਿ ਸਾਡੇ ਹੱਥੋਂ ਗੱਲ ਬਾਹਰ ਹੋ ਗਈ ਹੈ, ਇਹ 2 ਲੀਡਰ ਮਸਲਾ ਹੱਲ ਕਰ ਸਕਦੇ? ਨਹੀਂ, ਮੈਂ ਤਾਂ ਸਾਰਿਆਂ ਨੂੰ ਅਪੀਲ ਕਰਦਾ ਜੀ, ਸਾਰੇ ਦੇਸ਼ ਦੀ ਲੀਡਰਸ਼ਿਪ ਨੂੰ ਚਾਹੀਦਾ ਹੈ ਕਿ ਇਸ ਵਿੱਚ ਜੇ ਕੋਈ ਗੱਲ ਇਸ ਤਰ੍ਹਾਂ ਦੀ ਹੈ ਤਾਂ ਉਹਨਾਂ ਨੂੰ ਯੋਗਦਾਨ ਪਾਉਣਾ ਚਾਹੀਦਾ ਹੈ, ਤਾਂ ਕਿ ਦੇਸ਼ ਤਰੱਕੀ ਵਾਲੇ ਪਾਸੇ ਜਾਵੇ, ਸੰਘਰਸ਼ ਦੇ ਵਿੱਚੋਂ ਬਾਹਰ ਨਿਕਲੇ। ਬਹੁਤ ਬਹੁਤ ਮਿਹਰਬਾਨੀ ਸਰ। ਕੇਂਦਰੀ ਮੰਤਰੀ ਸ਼੍ਰੀ ਸੋਮ ਪ੍ਰਕਾਸ਼ ਹੋ, ਜਿੱਥੋਂ ਤੱਕ
ਪੰਜਾਬ ਦੇ ਕਿਸਾਨਾਂ ਦਾ ਮਸਲਾ ਜਾਂ ਦੇਸ਼ ਦੇ ਕਿਸਾਨਾਂ ਦਾ ਮਸਲਾ, ਔਰ ਦੇਸ਼ ਦੇ ਕਿਸਾਨ ਜਿਹੜੇ ਵੱਖ-ਵੱਖ ਬਾਰਡਰਾਂ 'ਤੇ ਬੈਠੇ ਨੇ ਉਹ ਕਹਿੰਦੇ ਕਿ ਬਿੱਲ ਰੱਦ ਹੋਣੇ ਚਾਹੀਦੇ, ਕਿਉਂਕਿ ਸਾਡਾ ਇਹ ਜ਼ਿੰਦਗੀ ਮੌਤ ਦਾ ਸਵਾਲ ਬਣ ਚੁੱਕਿਆ, ਸਾਡੀ ਜਿਹੜੀ ਨਸਲ ਤੇ ਫਸਲ ਦਾ ਸਵਾਲ ਆ। ਪਰ ਸਰਕਾਰ ਇਹ ਬਿੱਲ ਵਾਪਸ ਲੈਂਦੀ ਜਾਂ ਨਹੀਂ ਲੈਂਦੀ, ਆਉਣ ਵਾਲੇ ਸਮੇਂ 'ਚ ਮੀਟਿੰਗਾਂ ਹੋਣਗੀਆਂ, ਮੀਟਿੰਗਾਂ ਦੇ ਵਿੱਚ ਕੀ ਨਿਤਾਰਾ ਹੋਏਗਾ ਇਹ ਵੀ ਸਮਾਂ ਦੱਸੇਗਾ। ਕੈਮਰਾ ਮਨਦੀਪ ਸਿੰਘ ਦੇ ਨਾਲ ਜਗਤਾਰ ਸਿੰਘ NB ਨਿਊਜ਼ ਦਿੱਲੀ।